ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸ਼ੇਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਓ ਸੋਹੀਏ, ਸਭਨਾਂ ਦਾ ਵਿਸਾਓ। ਸੱਜਣ ਸੱਚਾ ਪਾਤਸ਼ਾਹ, ਸ਼ੇਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਓ ਸੋਹੀਏ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ। ਸੁਣਿਐ ਸਤ ਸੰਤੋਖ ਗਿਆਨ, ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ, ਰੱਬ ਦੇ ਨਾਮ ਵਿੱਚ ਜੁੜਨ ਨਾਲ ਹਿਰਦੇ ਵਿੱਚ ਦਾਨ ਦੇਣ ਦਾ ਸੁਭਾਅ, ਸੰਤੋਖ ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਸੁਣਿਐ 68 ਕਾ ਇਸ਼ਨਾਨ, ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਸੁਣਿਐ ਪੜ ਪੜ ਪਾਵੈ ਮਾਨ, ਜੋ ਸਤਕਾਰ ਮਨੁੱਖ ਵਿਦਿਆ ਪੜ੍ਹ ਕੇ ਪਾਉਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਹੀ ਮਿਲ ਜਾਂਦਾ ਹੈ। ਸੁਣਿਐ ਲਾਗੈ ਸਹਿਜ ਧਿਆਨ, ਨਾਮ ਸੁਣਨ ਦਾ ਸਦਕਾ ਅਡੋਲਤਾ ਵਿੱਚ ਚਿੱਤ ਦੀ
ਬਿਰਤੀ ਟਿਕ ਜਾਂਦੀ ਹੈ। ਭਾਵ ਧਿਆਨ ਤੇ ਮਨ ਟਿਕ ਜਾਂਦਾ ਹੈ। ਨਾਨਕ ਭਗਤ ਸਦਾ ਵਿਗਾਸ। ਹੇ ਨਾਨਕ, ਵਾਹਿਗੁਰੂ ਜੀ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਆਨੰਦ ਬਣਿਆ ਰਹਿੰਦਾ ਹੈ। ਸੁਣਿਆ ਦੁਖ ਪਾਪ ਕਾ ਨਾਸ। ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਨਾਲ ਮਨੁੱਖ ਦੇ ਦੁੱਖ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਿਆ ਸਰਾ ਗੁਣਾ ਕੇ ਗਾ। ਅਕਾਲ ਪੁਰਖ ਦੇ ਨਾਮ ਵਿੱਚ ਸੂਰਤ ਜੋੜਨ ਨਾਲ ਸਧਾਰਨ ਮਨੁੱਖ ਬੇਅੰਤ ਗੁਣਾਂ ਦੀ ਸੂਝ ਪਾ ਲੈਂਦੇ ਹਨ। ਭਾਵ ਉਹਨਾਂ ਕੋਲ ਬਹੁਤ ਹੀ ਗੁਣ ਆ ਜਾਂਦੇ ਹਨ। ਸੁਣਿਆ ਸੇਖ ਪੀਰ ਪਾਤਸ਼ਾਹ। ਵਾਹਿਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਦੇ ਮਨ ਵਿੱਚ ਟਿਕ ਕੇ ਅਸੀਂ ਆਪਣੇ ਮਨ ਨੂੰ ਕਿਵੇਂ ਅੱਗੇ ਤੱਕ ਲੈ ਜਾ ਸਕਦੇ ਹਨ, ਤੇ ਅਸੀਂ ਸਾਰੇ ਹੀ ਗੁਣ ਸੇਖ ਪੀਰ ਤੇ ਪਾਤਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ। ਸੁਣੇ ਅੰਧੇ ਪਾਵੈ ਰਾਹੋ। ਇਹ ਨਾਮ ਸੁਣਨ ਦੀ ਹੀ ਬਰਕਤ ਹੈ ਕਿ ਅੰਨੇ ਗਿਆਨਹੀਣ ਮਨੁੱਖ ਵੀ ਰਾਹ ਲੱਭ ਲੈਂਦੇ ਹਨ। ਸੁਣੇ ਹਾਥ ਹੋਵੇ ਅਸਗਾਹੋ। ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ। ਭਾਵ ਕਿ ਸਿਮਰਨ ਕਰਨ ਨਾਲ, ਗੁਰੂ ਜੀ ਦੇ ਬਚਨਾਂ ਨੂੰ ਕਮਾਉਣ ਨਾਲ, ਸਿਮਰਨ ਕਰਨ ਦੇ ਨਾਲ ਵਾਹਿਗੁਰੂ 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 ਉਹ ਇਸ ਭਵਜਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਹੇ ਨਾਨਕ, ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਸੁਣੇ ਦੁਖ ਪਾਪ ਕਾ ਨਾਸ। ਅਕਾਲ ਪੁਰਖ ਦੀ ਸਿਫਤ ਸਲਾਹ ਸੁਣਨ ਨਾਲ
ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਰੱਬ ਦੇ ਨਾਮ ਨੂੰ ਮੰਨ ਲਿਆ ਹੈ। ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਮਨੁੱਖ ਬਿਆਨ ਕਰੇ ਤਾਂ ਵੀ ਉਹ ਪਿੱਛੋਂ ਪਛਤਾਉਂਦਾ ਹੈ। ਭਾਵ ਕਿ ਗੱਲ ਪਹਿਲਾਂ ਕਹਿ ਦੇਣੀ ਤੇ ਬਾਅਦ ਵਿੱਚ ਪਛਤਾਉਣਾ, ਤਾਂ ਉਹ ਪਿੱਛੋਂ ਪਛਤਾਉਂਦਾ ਹੈ। ਕਾਗਦ ਕਲਮ ਨਾਲ ਲਿਖਣ ਹਾਰ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਉਹ ਕੁਝ ਨਹੀਂ ਲਿਖ ਸਕਦਾ। ਮੰਨੇ ਕਹਬੇ ਕਰਨ ਵਿਚਾਰ। ਮਨੁੱਖ ਰਲ ਕੇ ਨਾਮ ਵਿੱਚ ਭਤੀਜੇ ਹੋਏ, ਭਾਵ ਕਿ ਰਾਮ ਵਿੱਚ, ਨਾਮ ਵਿੱਚ, ਵਾਹਿਗੁਰੂ ਵਿੱਚ ਰੰਗੇ ਹੋਏ ਆਤਮਿਕ ਅਵਸਥਾ ਦਾ ਅੰਦਾਜ਼ਾ ਲਾਉਂਦੇ ਹਨ। ਐਸਾ ਨਾਮ ਨਿਰੰਜਨ ਹੋਏ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਤੇ ਸਤਿਗੁਰੂ ਵਾਹਿਗੁਰੂ ਜੀ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ, ਮੰਨੇ ਸੂਰਤ ਹੋਵੇ ਮਨ ਬੁੱਧ। ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਵੇ ਤਾਂ ਉਸ ਦੀ ਸੂਰਤ, ਉਸ ਦੀ ਸੋਚ ਬਹੁਤ ਉੱਚੀ ਹੋ ਜਾਂਦੀ ਹੈ ਤੇ ਉਸ ਦੇ ਮਨ ਵਿੱਚ ਜਾਗਰਤਾ ਆ ਜਾਂਦੀ ਹੈ, ਭਾਵ ਸੁੱਧ ਹੋ ਜਾਂਦਾ ਹੈ ਤੇ ਉਸ ਦੀ ਸੂਰਤ ਪਹਿਲਾਂ ਨਾਲੋਂ ਬਹੁਤ ਉੱਚੀ ਹੋ ਜਾਂਦੀ ਹੈ। ਮੰਨੇ ਸਗਲ ਪਵਨ ਕੀ ਸੁਧ। ਸਾਰੇ ਭਵਨਾਂ ਦੀ, ਸਾਰੇ ਬ੍ਰਹਿਮੰਡ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ। ਮੰਨੇ ਮੋਹ ਚੋਟਾ ਨਾ ਖਾਏ। ਉਹ ਮਨੁੱਖ ਸੰਸਾਰ ਦੇ ਵਿਕਾਰਾਂ ਦੀ ਸੱਟਾਂ ਮੂੰਹ ਉੱਤੇ ਨਹੀਂ ਖਾਂਦਾ। ਮੰਨਾ ਜਮ ਕੇ ਸਾਥ ਨਾ ਜਾਏ। ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ, ਭਾਵ ਕਿ ਜਨਮ ਮਰਨ ਦੇ ਚੱਕਰਾਂ ਤੋਂ
ਉਹ ਰਹਿਤ ਹੋ ਜਾਂਦਾ ਹੈ ਤੇ ਜਮਾਂ ਤੋਂ ਵੀ ਉਹ ਰਹਿਤ ਹੋ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ। ਅਕਾਲ ਪੁਰਖ ਦਾ ਨਾਮ ਬਹੁਤ ਵੱਡਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਜੇ ਕੋ ਮਨ ਜਾਣੈ ਮਨ ਕੋਏ। ਪਰ ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ, ਮੰਨੈ ਮਾਰਗ ਠਾਕ ਨਾ ਪਾਏ। ਮਨੁੱਖ ਦਾ ਮਨ ਨਾਮ ਵਿੱਚ ਭਤੀਜ ਜਾਏ, ਭਾਵ ਕਿ ਨਾਮ ਵਿੱਚ ਰੰਗ ਜਾਏ। ਨਾਮ ਵਿੱਚ ਕਿਵੇਂ? ਵਾਹਿਗੁਰੂ 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 ਵਾਹਿਗੁਰੂ। ਤਾਂ ਜ਼ਿੰਦਗੀ ਦੇ ਸਫ਼ਰ ਵਿੱਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ। ਮੰਨੈ ਪਤ ਸਿਉ ਪ੍ਰਗਟ ਜਾਏ। ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ, ਭਾਵ ਕਿ ਉਸ ਦੀ ਇੱਜ਼ਤ ਬਹੁਤ ਵੱਡੀ ਹੋ ਜਾਂਦੀ ਹੈ ਤੇ ਸੰਸਾਰ ਵਿੱਚ ਉਹ ਸੋਭਾ ਖੱਟ ਕੇ ਇੱਜ਼ਤ ਨਾਲ ਇਸ ਸੰਸਾਰ ਤੋਂ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ। ਉਹ ਫਿਰ ਦੁਨੀਆ ਦੇ ਵੱਖੋ ਵੱਖਰੇ ਮਜ਼ਹਬਾਂ ਦੇ ਰਸਤਿਆਂ ਤੇ ਨਹੀਂ ਤੁਰਦਾ। ਮੰਨੈ ਧਰਮ ਸੇਤੀ ਸੰਬੰਧ। ਉਸ ਮਨੁੱਖ ਦਾ ਧਰਮ ਨਾਲ ਸਿੱਧਾ ਜੋੜ ਬਣ ਜਾਂਦਾ ਹੈ, ਭਾਵ ਕਿ ਉਹ ਪੱਕਾ ਧਰਮੀ ਹੋ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ। ਅਕਾਲ ਪੁਰਖ ਦਾ ਨਾਮ ਬਹੁਤ ਵੱਡਾ ਹੈ। ਵਾਹਿਗੁਰੂ 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 ਵਾਹਿਗੁਰੂ। ਉਹਨੂੰ ਸਿਮਰਨਾ ਹੀ ਸਭ ਤੋਂ ਉੱਚਾ ਹੈ ਤੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਤੋਂ ਵੀ ਪਰੇ ਹੈ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ਕਿ ਆਪਣੇ ਅੰਦਰ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਟਿਕਾ ਕੇ ਵੇਖੇ, ਮੰਨੈ ਪਾਵੈ ਮੋਖ ਦੁਆਰ। ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੋਂ ਭਾਵ ਝੂਠ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦੇ ਹਨ। ਉਹ ਕਿਵੇਂ? ਵਾਹਿਗੁਰੂ 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 ਵਾਹਿਗੁਰੂ। ਇਹਨੂੰ ਕਹਿੰਦੇ ਨੇ ਨਾਮ ਦੀ ਲਗਨ। ਨਾਮ ਦੀ ਲਗਨ ਨਾਲ ਝੂਠ ਤੋਂ ਕੂੜ ਤੋਂ ਖਲਾਸੀ ਪਾਉਣ ਦਾ ਰਾਹ ਲੱਭ ਲੈਂਦੇ ਹਨ, ਭਾਵ ਕਿ ਕੂੜ ਤੋਂ
ਪਰੇ ਹਟ ਜਾਂਦੇ ਹਨ। ਮੰਨੈ ਪਰਵਾਰੈ ਸਾਧਾਰ, ਆਪਣੇ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਟੇਕ, ਅਕਾਲ ਪੁਰਖ ਦੀ ਟੇਕ ਭਾਵ ਅਕਾਲ ਪੁਰਖ ਨਾਲ ਜੋੜ ਦੇਣਾ। ਪ੍ਰਮਾਤਮਾ ਨਾਲ ਆਪਣੇ ਪਰਿਵਾਰ ਨੂੰ ਵੀ ਜੋੜ ਲੈਂਦੇ ਹਨ ਤੇ ਟੇਕ ਨੂੰ ਦ੍ਰਿੜ ਕਰਾਉਂਦਾ ਹੈ। ਮੰਨੈ ਤਰੇ ਤਾਰੇ ਗੁਰ ਸਿੱਖ, ਨਾਮ ਵਿੱਚ ਮਨ ਰੰਗਣ ਕਰਕੇ ਹੀ ਸਤਿਗੁਰੂ ਵੀ ਆਪ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦੇ ਹਨ ਅਤੇ ਸਿੱਖਾਂ ਨੂੰ ਵੀ ਪਾਰ ਲੰਘਾਉਂਦੇ ਹਨ। ਭਾਵ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ ਸਾਰੀ ਦੁਨੀਆ ਇਸ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਲੰਘ ਜਾਂਦੀ ਹੈ। ਮੰਨੈ ਨਾਨਕ ਪਵੈ ਨਾ ਭਿਖ, ਨਾਮ ਵਿੱਚ ਮਨ ਜੁੜਨ ਕਰਕੇ ਹੈ ਨਾਨਕ ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਭਾਵ ਕਿ ਹੋਰਾਂ ਦੇ ਦਰਾਂ ਤੇ ਨਹੀਂ ਜਾਂਦੇ, ਇੱਕ ਨਾਮ ਨਾਲ ਹੀ ਜੁੜ ਜਾਂਦੇ ਹਨ। ਐਸਾ ਨਾਮ ਨਿਰੰਜਨ ਹੋਏ, ਅਕਾਲ ਪੁਰਖ ਦਾ ਨਾਮ ਬਹੁਤ ਉੱਚਾ ਹੈ, ਉਸ ਦਾ ਸਿਮਰਨ ਬਹੁਤ ਉੱਚਾ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨੁੱਖ ਆਪਣੇ ਅੰਦਰ ਵਾਹਿਗੁਰੂ ਜੀ ਨਾਲ ਲਗਨ ਲਾ ਕੇ ਵੇਖੇ, ਪੰਜ ਪਰਵਾਨ ਪੰਜ ਪ੍ਰਧਾਨ, ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸ ਤੇ ਲਗਨ ਬਣ ਜਾਂਦੀ ਹੈ, ਉਹੀ ਮਨੁੱਖ ਇੱਥੇ ਜਗਤ ਵਿੱਚ ਮੰਨੇ ਪਰਮੰਨੇ ਰਹਿੰਦੇ ਹਨ ਤੇ ਭਾਵ ਸਭ ਦੇ ਆਗੂ ਹੁੰਦੇ ਹਨ। ਪੰਚੇ ਪਾਵੇ ਦਰਗਹਿ ਮਾਨ, ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਉਹ ਪੰਜ ਜਨ ਹੀ ਆਦਰ ਪਾਉਂਦੇ ਹਨ। ਭਾਵ ਪੰਜ ਜਨ ਕਿਹੜੇ? ਸਾਧੂ, ਬ੍ਰਹਮ ਗਿਆਨੀ, ਸੰਤ, ਮਹਾਪੁਰਸ਼। ਉਹ ਕੋਈ ਵੀ ਹੋ ਸਕਦਾ ਹੈ ਜਿਹੜਾ ਕਿ ਸਿਮਰਨ ਆਪਣਾ ਚਾਲੂ ਰੱਖੇ, ਸਿਮਰ ਸਿਮਰ ਕੇ ਵਾਹਿਗੁਰੂ 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 ਜਪ ਕੇ ਕਾਲ ਪੁਰਖ ਦੀ ਦਰਗਾਹ ਵਿੱਚ ਇੱਜ਼ਤ ਪਾਉਂਦੇ ਹਨ। ਪੰਚੇ ਸੋਹੈ ਦਰ ਰਾਜਾਨ, ਰਾਜ ਦਰਬਾਰਾਂ ਵਿੱਚ ਵੀ ਉਹ ਮਹਾਂਪੁਰਸ਼ ਪੰਜ ਜਨ ਹੀ ਸੋਭਦੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਇਹਨਾਂ ਪੰਜ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ।
ਜਿੰਨੇ ਵੀ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਹਨ, ਉਹ ਕੇਵਲ ਇੱਕ ਦੇ ਨਾਲ ਹੀ ਆਪਣਾ ਮਨ ਜੋੜ ਕੇ ਰੱਖਦੇ ਹਨ। ਕੇਵਲ ਇੱਕ ਹੀ ਗੁਰੂ ਹੈ। ਜੇ ਕੋ ਕਹੈ ਕਰੈ ਵਿਚਾਰ, ਭਾਵੇਂ ਕੋਈ ਕਥਨ ਕਰਕੇ ਵੇਖੇ ਤੇ ਵਿਚਾਰ ਕਰ ਲਏ। ਕਰਤੇ ਕੈ ਕਰਨ ਨਾਹੀ ਸੁਮਾਰ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕੁਦਰਤ ਦਾ ਕੋਈ ਲੇਖਾ ਹੀ ਨਹੀਂ ਹੈ। ਭਾਵ ਕਿ ਉਹ ਕਿੰਨੀ ਵੱਡੀ ਹੈ, ਉਸ ਦਾ ਕੋਈ ਵੀ ਲੇਖਾ ਨਹੀਂ ਹੈ। ਤੋਲ ਧਰਮ ਦਿਆ ਕਾ ਪੂਤ, ਧਰਮ ਰੂਪੀ ਨਿਯਮ ਹੀ ਬਲਦ ਹੈ, ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ। ਅਤੇ ਇਹ ਧਰਮ ਦਇਆ ਦਾ ਪੁੱਤਰ ਹੈ। ਭਾਵ ਕਿ ਦਇਆ ਸਭ ਤੋਂ ਵੱਡੀ ਹੈ ਤੇ ਦਇਆ ਦਾ ਪੁੱਤਰ ਹੀ ਧਰਮ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ। ਦਇਆ ਦਾ ਪੁੱਤਰ ਕੌਣ ਹੈ? ਧਰਮ। ਜੇ ਆਪਣੇ ਮਨ ਅੰਦਰ ਦਇਆ ਹੋਏਗੀ ਤਾਂ ਹੀ ਅਸੀਂ ਧਰਮੀ ਹੋਵਾਂਗੇ। ਤੇ ਅੱਗੋਂ ਵਾਹਿਗੁਰੂ ਜੀ ਦੱਸਦੇ ਹਨ ਕਿ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਹੀ ਸੰਤੋਖ, ਸਬਰ ਨੂੰ ਜਨਮ ਦੇ ਦਿੱਤਾ ਹੈ। ਜੇ ਕੋ ਬੁਝੈ ਹੋਵੇ ਸਚਿਆਰ, ਜੇ ਕੋਈ ਮਨੁੱਖ ਇਸ ਉੱਪਰ ਦੱਸੀ ਵਿਚਾਰ ਨੂੰ ਸਮਝ ਲਏ ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ। ਭਾਵ ਕਿ ਸਭ ਤੋਂ ਵੱਡਾ ਕੀ ਹੈ? ਦਇਆ। ਦਇਆ ਨਾਲ ਹੀ ਤੁਸੀਂ ਧਰਮੀ ਹੋ ਤੇ ਧਰਮ ਤੋਂ ਬਾਅਦ ਹੀ ਸਬਰ ਤੇ ਸੰਤੋਖ ਹੈ। ਜੋ ਇਸ ਨੂੰ ਸਮਝ ਲਏ ਉਸ ਦੇ ਅੰਦਰ, ਉਸ ਪ੍ਰਾਣੀ ਦੇ ਅੰਦਰ ਵਾਹਿਗੁਰੂ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ। ਤਵਲੇ ਉੱਪਰ ਕੀਤਾ ਭਾਰ, ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ। ਭਾਵ ਜਿੰਨਾ ਮਰਜੀ ਭਾਰ ਹੋਵੇ, ਬਲਦ ਉੱਤੇ ਧਰਤੀ ਦਾ ਜਿੰਨਾ ਬੇਅੰਤ ਭਾਰ ਹੈ। ਧਰਤੀ ਹੋਰ ਪਰੈ ਹੋਰ ਹੋਰ, ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ ਧਰਤੀ, ਧਰਤੀ ਦੇ ਹੇਠ ਹੋਰ ਬਲਦ, ਫਿਰ ਹੋਰ ਬਲਦ, ਫਿਰ ਹੋਰ ਧਰਤੀ। ਭਾਵ ਕਿ ਉਹ ਬੇਅੰਤ ਹੈ, ਉਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਕਿ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਗ੍ਰਹਿ ਨੇ, ਕਿੰਨੇ ਬ੍ਰਹਿਮੰਡ ਨੇ। ਉਹਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੱਸਦੇ ਨੇ ਕਿ
ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ। ਉਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਤਿਸ ਤੇ ਭਾਰ ਤਲੈ ਕਵਣ ਜੋਰ। ਇਸ ਦੇ ਅਖੀਰਲੇ ਬਲਦ ਤੋਂ ਭਾਰ ਸਹਾਰਨ ਲਈ ਉਸ ਦੇ ਹੇਠ ਕਿਹੜਾ ਆਸਰਾ ਹੋਵੇਗਾ। ਜੀ ਜਾਤ ਰੰਗਾਂ ਕੇ ਨਾਵ। ਸ੍ਰਿਸ਼ਟੀ ਵਿੱਚ ਬ੍ਰਹਿਮੰਡ ਵਿੱਚ ਕਈ ਜਾਤਾਂ ਦੇ, ਕਈ ਕਿਸਮਾਂ ਦੇ, ਕਈ ਨਾਵਾਂ ਦੇ ਜੀਵ ਹਨ। ਭਾਵ ਕਿ ਕਈ ਪ੍ਰਕਾਰ ਦੀਆਂ ਜੁਨੀਆਂ ਹਨ। 42 ਲੱਖ ਥਲ ਵਿੱਚ ਹੈ ਤੇ 42 ਲੱਖ ਜਲ ਵਿੱਚ, ਤੇ ਉਹਨਾਂ ਦੇ ਕਈ ਨਾਵਾਂ ਦੇ ਜੀਵ ਹਨ। ਸਭਨਾਂ ਲਿਖਿਆ ਵੁੜੀ ਕਲਾਮ। ਇਹਨਾਂ ਸਭਨਾਂ ਨੇ ਇੱਕ ਤਾਰ ਚੱਲਦੀ ਕਲਮ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ ਹੈ। ਇਹੋ ਲੇਖਾ ਲਿਖ ਜਾਣੈ ਕੋਏ, ਪਰ ਕੋਈ ਵਿਰਲਾ ਮਨੁੱਖ ਹੀ ਇਹ ਲੇਖਾ ਲਿਖਣਾ ਜਾਣਦਾ ਹੈ। ਭਾਵ ਕੋਈ ਵਿਰਲਾ ਹੀ ਵਾਹਿਗੁਰੂ ਜੀ ਦੇ ਦਿੱਤੇ ਹੋਏ ਇਸ ਬ੍ਰਹਿਮੰਡ ਨੂੰ ਪਛਾਣ ਸਕਦਾ ਹੈ। ਲੇਖਾ ਲਿਖਿਆ ਕੀਤਾ ਹੋਏ, ਜੇ ਲੇਖਾ ਲਿਖਿਆ ਵੀ ਜਾਏ ਤਾਂ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ ਕਿੱਡਾ ਵੱਡਾ ਹੋ ਜਾਏ। ਭਾਵ ਕਿ ਜੇ ਕੋਈ ਵਿਰਲਾ ਮਨੁੱਖ ਇਸ ਨੂੰ ਲਿਖਣ ਲੱਗੇ ਕਿ ਵਾਹਿਗੁਰੂ ਜੀ ਕਿੰਨਾ ਵੱਡਾ ਹੈ, ਤਾਂ ਵੀ ਉਹ ਲਿਖ ਨਹੀਂ ਸਕਦਾ। ਕੀਤਾ ਤਾਣ ਸਵਾਲਿਓ ਰੂਪ। ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅੰਤ ਬਲ ਹੈ। ਉਹ ਬੇਅੰਤ ਸੁੰਦਰ ਰੂਪ ਵਾਲਾ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਬੇਅੰਤ ਉਸ ਦੀ ਦਾਤ ਹੈ, ਉਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਕੀਤਾ ਪਸਾਓ ਏਕੋ ਕਵਾਓ। ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਹੈ। ਤਿਸ ਤੇ ਹੋਏ ਲੱਖ ਦਰਿਆਓ। ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ। ਭਾਵ ਕਿ ਪਰਮਾਤਮਾ ਨੇ, ਸੱਚੇ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਰਚ ਦਿੱਤੀ ਹੈ। ਕੁਦਰਤ ਕਵਣ ਕਹਾ ਵਿਚਾਰ। ਸੋ ਮੇਰੀ ਕੀ ਤਾਕਤ ਹੈ ਕਿ ਵਾਹਿਗੁਰੂ ਜੀ
ਕਰਤਾਰ ਦੀ ਕੁਦਰਤ ਨੂੰ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹੈ। ਜੋ ਤੁਧ ਭਾਵੈ ਸਾਈ ਭਲੀਕਾਰ, ਵਾਹਿਗੁਰੂ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਕੰਮ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰੰਕਾਰ ਪ੍ਰਮਾਤਮਾ ਵਾਹਿਗੁਰੂ ਜੀ, ਤੂੰ ਸਦਾ ਅਟਲ ਰਹਿਣ ਵਾਲਾ ਹੈ। ਅਸੰਖ ਜਪ ਅਸੰਖ ਭਾਉ, ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰਦੇ ਹਨ। ਵਾਹਿਗੁਰੂ 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 ਵਾਹਿਗੁਰੂ। ਬੇਅੰਤ ਜੀਵ ਹੋਰਨਾਂ ਨਾਲ ਪਿਆਰ ਦਾ ਵਰਤਾਓ ਕਰ ਰਹੇ ਹਨ। ਅਸੰਖ ਪੂਜਾ ਅਸੰਖ ਤਪ ਤਾਉ, ਕਈ ਜੀਵ ਪੂਜਾ ਕਰ ਰਹੇ ਹਨ ਅਤੇ ਅਣਗਿਣਤ ਹੀ ਜੀਵ ਮਨੁੱਖ ਜੀਵ ਤਪ ਸਾਧ ਕਰ ਰਹੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ, ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਅਸੰਖ ਜੋਗ ਮਨ ਰਹਿ ਉਦਾਸ, ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿੱਚ ਮਾਇਆ ਵੱਲੋਂ ਉਪਰਾਮ ਰਹਿੰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਹੇ ਵਾਹਿਗੁਰੂ ਜੀ ਅਣਗਿਣਤ ਭਗਤ ਹਨ ਜੋ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ। ਅਸੰਖ ਸਤੀ ਅਸੰਖ ਦਾਤਾਰ, ਇਸ ਸੰਸਾਰ ਵਿੱਚ ਅਨੇਕਾਂ ਹੀ ਦਾਨੀ ਤੇ ਦਾਤੇ ਹਨ ਜਿਹੜੇ ਕਿ ਇੱਕ ਦੂਜੇ ਨੂੰ ਦਾਨ ਦਿੰਦੇ ਹਨ। ਅਸੰਖ ਸੁਰ ਮੋਹ ਪਖਸਾਰ, ਵਾਹਿਗੁਰੂ ਜੀ ਫਰਮਾਉਂਦੇ ਹਨ ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ ਭਾਵ ਸਨਮੁਖ ਹੋ ਕੇ ਸ਼ਸਤਰਾਂ ਤੇ ਤਲਵਾਰਾਂ ਦੇ ਸ਼ਸਤਰਾਂ ਨਾਲ
ਵਾਰ ਸਹਿੰਦੇ ਹਨ ਅਸੰਖ ਮੋਨ ਲਿਵ ਲਾਏ ਤਾਰ। ਇਸ ਸੰਸਾਰ ਵਿੱਚ ਅਨੇਕਾਂ ਹੀ ਮੋਨੀ ਹਨ, ਭਾਵ ਜੋ ਬੋਲਦੇ ਨਹੀਂ, ਜੋ ਇੱਕ ਰਸ ਬਿਰਤੀ ਜੋੜ ਕੇ ਬੈਠ ਰਹੇ ਹਨ। ਕੁਦਰਤ ਕਵਣ ਕਹਾ ਵਿਚਾਰ, ਮੇਰੀ ਕੀ ਤਾਕਤ ਹੈ ਕਿ ਮੈਂ ਵਾਹਿਗੁਰੂ ਜੀ ਦੀ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਜੋ ਤੁਧ ਪਾਵੇ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਹੈ ਵਾਹਿਗੁਰੂ ਜੀ, ਉਹੀ ਕੰਮ ਮੇਰੀ ਭਲਾਈ ਵਿੱਚ ਹੈ, ਭਾਵ ਉਹੀ ਕੰਮ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ, ਹੇ ਨਿਰੰਕਾਰ, ਤੂੰ ਸਦਾ ਅਟਲ ਰਹਿਣ ਵਾਲਾ ਹੈ। ਜੋ ਤੁਧ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।